ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੋਨੀ ਸੈਵੰ ਗੁਰ ਪ੍ਰਸਾਦ। ਸਾਚੀ ਸ਼ੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ। ਐਸੀ ਕਿਰਪਾ ਕਰੋ ਪ੍ਰਭੂ ਨਾਨਕ ਦਾਸ ਦਸਾਏ। ਠਠੇ ਠਾਂਡ ਵਰਤੀ ਤਨਿ ਅੰਤਰ ਹਰ ਚਰਨੀ ਜਿਨ ਕਾ ਚਿਤ ਲਾਗਾ। ਚਿਤ ਲਾਗਾ ਸਈ ਜਨ ਨਿਸਤਰੈ ਤਉ ਪ੍ਰਸਾਦੀ ਸੁਖ ਪਾਇਆ। ਕਿਆ ਹਮ ਕਥੇ ਕਥ ਦੇਖਾਂ ਮੈਂ ਅਕਥ ਨ ਕਥਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਵਾਹਿਗੁਰੂ ਸਾਹਿਬ ਜੀ ਹੋ। ਸ਼ਲੋਕ ਕਬੀਰ ਜੀਓ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਪਰਦੇਸੀ ਕਹਿ ਘਾਗਰੇ ਚੌਦਸ ਲਾਗੀ ਆਗ। ਖਿੰਥਾ ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ। ਕਬੀਰ ਖਿੰਥਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ। ਜੋਗੀ ਬਪੜਾ ਖੇਲਿਓ ਆਸਨ ਰਹੀ ਬੇਭੂਤ। ਤਖਤ ਚਵਰ ਛਤਰ ਦੇ ਸਦੀਵੀ ਮਾਲਕ ਸ਼ਬਦ ਗੁਰੂ ਸਦੀਮੀ ਗੁਰੂ ਸੱਚਾ ਗੁਰੂ ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਦੀ ਗੋਦ ਵਿੱਚ ਸਾਰਾ ਸੰਸਾਰ ਸਾਧ ਸੰਗਤ ਦੇ ਰੂਪ ਵਿੱਚ ਸਜਿਆ ਹੋਇਆ ਗੁਰੂ ਦੇ ਅੱਖਾਂ ਦੇ ਤਾਰੀ ਦੁਨੀਆ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਸੱਚੇ ਪਾਤਸ਼ਾਹ ਕਰੋ ਕਿਰਪਾ ਜੀਵ ਤੇ ਆਪਣੇ ਸ਼ਬਦ ਦੀ ਵਿਚਾਰ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾਓ। ਦਿਓ ਸਾਰੀ ਸ੍ਰਿਸ਼ਟੀ ਦੀਆਂ ਰੂਹਾਂ ਆਸ਼ੀਰਵਾਦ
ਤੇ ਬੁਲਾਓ ਪਿਆਰ ਨਾਲ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਹਿਗੁਰੂ ਦਾ ਖੇਲ ਹੈ। ਜਿਸ ਨੇ ਦੂਜੀ ਚੀਜ਼, ਦੋ ਚੀਜ਼ਾਂ ਨਾਲ ਖੇਲ ਬਣਾਇਆ, ਇੱਕ ਆਪ ਹੈ, ਦੂਜੀ ਮਾਇਆ ਬਣਾਈ ਹੈ। ਮਾਇਆ ਦਿਸਣ ਵਾਲੀ ਚੀਜ਼ ਹੈ, ਹਰ ਚੀਜ਼ ਮਾਇਆ ਹੈ। आप अदृष्ट है, तो आपे आप पाया, दूजा खेल कर दिखलाया। बनाया आप ही है, दूजा भी आप ही पैदा किया अपने चों ही। पंजां तत्तां दी खेल बनाई है, जिहदे विच आपां नूं भी हरेक नूं ਇਹ ਜੀਵ ਨੂੰ ਵਿਛੋੜਿਆ ਗਿਆ ਹੈ। ਤਦ ਆਪ ਵਿਛੋੜਿਆ, ਆਪ ਮਿਲਾਇਆ ਤੇ ਆਪ ਹੀ ਮਿਲਾਉਂਦਾ ਹੈ, ਜੀ ਤੇ ਕਿਰਪਾ ਕਰਦਾ ਹੈ। ਉਹਨੂੰ ਗੁਰੂ ਨਾਨਕ ਮਿਲ ਜਾਂਦਾ ਹੈ। ਕੀ ਖੇਲ ਬਣਾਇਆ ਪਾਤਸ਼ਾਹ ਨੇ? ਇਹ ਸ਼ਬਦ ਦੇ ਵਿੱਚ ਕਬੀਰ ਜੀ ਨੇ ਇੱਕ ਜੀਵ ਨੂੰ ਪਰਦੇਸੀ ਲਫ਼ਜ਼ ਵਰਤਿਆ, ਇੱਕ ਜੋਗੀ ਵਰਤਿਆ। ਦੋਹਾਂ ਸਲੋਕਾਂ 'ਚ ਅਲੱਗ-ਅਲੱਗ ਹੈ। ਇੱਕੋ ਹੀ ਜੀਵ ਆਤਮਾ, ਰੱਬ ਦਾ ਪੁੱਤ। ਦੇਸ਼ ਸੀ ਇਹਦਾ ਸੱਚਖੰਡ, ਨਿਰੰਕਾਰ, ਤੇ ਸੰਸਾਰ ਦੂਜਾ ਦੇਸ਼ ਹੈ। ਉੱਥੋਂ ਦੇ ਅਸੂਲ ਜਿਹੜੇ ਨੇ ਉਹ ਇਹਦੇ ਨਾਲੋਂ, ਇਸ ਸੰਸਾਰ ਨਾਲੋਂ ਭਿੰਨ ਨੇ, ਵੱਖਰੇ। ਉੱਥੋਂ ਪਾਤਸ਼ਾਹ ਨੇ ਇਸ ਜੀਵ ਆਤਮਾ ਨੂੰ, ਜੋ ਇੱਕ ਸੂਖਸ਼ਮ ਸਰੀਰ ਹੈ, ਜੋ ਪ੍ਰਕਾਸ਼ ਦਾ ਬਣਿਆ ਹੋਇਆ ਹੈ, ਜਿਹਦੇ ਬਹੁਤ ਨਾਮ ਨੇ, ਬਾਦਸ਼ਾਹ ਨੇ ਰੂਹ ਵੀ, ਜੀਓ ਵੀ, ਹੰਸ ਵੀ ਉਹਨੂੰ ਕਿਹਾ, ਪੰਛੀ ਵੀ ਕਿਹਾ। ਉਸ ਨੂੰ ਇਸ ਸੰਸਾਰ ਵਿੱਚ ਸੱਚਾ ਸੌਦਾ ਕਾ ਖਰੀਦਣ ਵਾਸਤੇ ਕਿਹਾ ਸੀ। ਪਰਦੇਸ ਝਾਗ ਸੌਦੇ ਕੋ ਆਇਆ। ਇਹ ਪਰਦੇਸ ਹੈ ਉਹਦੇ ਲਈ, ਅੰਦਰਲੇ ਸੂਖਸ਼ਮ ਸਰੀਰ ਰੱਬ ਦੇ ਪੁੱਤ ਲਈ ਇਹ ਪਰਦੇਸ ਹੈ। ਜਦੋਂ ਇਸ ਸਰੀਰ ਵਿੱਚ ਆਇਆ ਜਾਂਦਾ ਹੈ, ਪਾਤਸ਼ਾਹ ਨੇ ਪਾਇਆ, ਸੰਜੋਗ ਵਿਜੋਗ ਧੁਰੋਂ ਹੀ ਹੁਆ, ਪੰਜ ਤੱਤ ਕਾ ਪੁਤਲਾ ਕੀਆ। ਪੰਜਾਂ ਤੱਤਾਂ ਦੇ ਪੁਤਲੇ ਵਿੱਚ ਇਹਨੂੰ ਪਾਇਆ। ਉੱਥੇ ਜਠਰਾਗਨ ਅਗਨ ਵਿੱਚ ਵੀ ਆਪ ਰੱਖਿਆ ਕੀਤੀ ਪਾਤਸ਼ਾਹ ਨੇ। ਇਹਦੀ ਔਰ ਵਿੱਚੋਂ ਗਰਭੇ ਨਿਕਲ ਆਇਆ, ਕਸਮ ਸਾਰ ਦੁਨੀ ਚਿਤ ਲਾਇਆ, ਸੌਦਾ ਭੁੱਲ ਗਿਆ। ਇਹਦੀ ਲਿਵ ਵਾਹਿਗੁਰੂ ਨਾਲ ਟੁੱਟ ਗਈ ਤੇ ਲਿਵ ਛੁੜ ਗਈ, ਲੱਗੀ ਤ੍ਰਿਸ਼ਨਾ।
माया अमर वरताया। दूजी चीज जिहड़ी है वो तृष्णा है, अग है। माया भी अग है। पिछे आपां शब्द विच अग की गल करी सी, परंतु उन्हें थोड़ा जिहा भी अग किवें है उन्होंने आपां होर विचार करिए। पातशाह ने सानू समझाउणा है गल। माया अगन सब एको जे करते खेर जाया। हुण पातशाह ने सानू माया ते बाहरली अग जो बहुत किस्मां दी है वो इक्को जिहियां ने। हुण पातशाह ने इक्को जिहियां कहता। देखो इन्हां दा फर्क पहलां दोहां दा, जिहदे विच सारा जगत ये तृष्णा दी अग नाल, माया दी अग नाल, हौमे दी अग नाल, बाकी इहदे धीआं पुत्तां दी अग नाल सारा संसार रब नालों विछड़ के दुखी होया पिया। शीतल हिवे घर ठंडे ठार दा पुत, ओनू अग लग गई। हुण दोहां च पहला डिफरेंस समझ लीए। बाहरली अग जिहड़ी है वो भी साड़ दिंदी है। ये जिहड़ी अंदरली अग है तृष्णा दी, इहने भी साडे जिहड़ी झोली च असीं खिंथा च गुणां दी गुथली लैके आए सी। पातशाह ने गुण बख्शे सी रब दे पुत्त नूं, ते दूजा साह बख्शे सी जिहदे नाल ये सौदा इकट्ठा करना सी। गुणरास बन पल्लिया नहीं, पल्ले ना बन के लिया वो सड़ जाते। पहला तो जल बल जाऊं। पातशाह ने जदों राग शुरू किए ने तो सब तो पहला शब्द ये हुई माया दा अगन दा ये शब्द उचारिया। मोती का मंदिर उसरे रतनी दा होए जड़ाओ, कस्तूर कंगू अगर चंदन ली पावे जाओ, मत देख भूला बिसरे तेरा चेतन आवे ना हो, हर बिन जियो जल बल जाऊं। जल बल अग भी साड़ दिंदी है, भी जियो जल बल जाऊं। मैं अपना गुरपूछ देखा पर ना ही ठाओ। मैनू गुरु नानक ने ये सारी मत दे दी बई वाहिगुरु तो बगैर कोई थां नहीं तेरा, तू रब दा पुत्त है ते नहीं तो तेनू साड़ दूए सारिया चीज़ां। ये सारिया माया दियां बनिया ही हैं, मोती भी, रतन भी, हीरे भी, जिन्नियां सुगंधियां ने। दूजे च ताती ते हीरे लाल जड़त, पलंग लाल चढ़ाओ, पलंग भी लाल जड़े होण तीरे। धरती ते हीरियां दी बनी होवे, मोहनी मुख मणि सोहे, करे रंग पसाओ, इस्त्री भी सोहनी होवे। ते जे रब भुलदा है ये सारिया चीज़ां देख के, जिहदे च रिद्धि सिद्धि भी माया दसी अगां, राजा हो जाए तां भी, हुक्म हासिल करी बैठा होवे तां भी, जिथों पातशाह ने सानू वार्निंग दे मत देख भूला विसरे। देखी कि रब भुल जाना है। क्यों?
ਰੱਬ ਨੂੰ ਯਾਦ ਕਰਕੇ ਉਹੀ ਤਾਂ ਸੌਦਾ ਇਕੱਠਾ ਕਰਨ ਆਇਆ ਸੀ। ਸ਼ਾਹ ਪਠਾਇਆ ਸਾਹੇ ਪਾਸ, ਸੱਚੇ ਸ਼ਾਹ ਨੇ ਇਹੀ ਸੌਦਾ ਕਰਨ ਭੇਜਿਆ ਸੀ। ਤੇ ਇੱਥੇ ਵੀ ਗੁਰੂ ਨਾਨਕ ਸ਼ਾਹ ਹੈ, ਹੋਰ ਕੋਈ ਸ਼ਾਹ ਨਹੀਂ ਹੈ। ਉਹੀ ਇੱਕ ਸੌਦਾ ਇਕੱਠਾ ਕਰਾਉਣ ਵਾਲਾ ਹੈ, ਤੇ ਉਸੇ ਦਾ ਹੀ ਬਣ ਕੇ ਸੌਦਾ ਇਕੱਠਾ ਜਿਹੜਾ ਕਰਨਾ ਹੈ ਉਹ ਕਰ ਸਕਦੇ ਹਾਂ। ਉਹ ਆ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ। ਇਹਨਾਂ ਤੋਂ ਬਗੈਰ, ਇਹਨਾਂ ਦੇ ਬਚਨਾਂ ਤੋਂ ਬਗੈਰ, ਗੁਰੂ ਨਾਨਕ ਦੇ ਬਚਨ ਨੇ, ਰੱਬ ਦੇ ਬਚਨ ਨੇ, ਵਾਹਿਗੁਰੂ ਦੇ ਬਚਨ ਨੇ, ਨਹੀਂ ਤਾਂ ਜੀਓ ਸੜ ਜਾਂਦਾ ਹੈ, ਗੁਣਾਂ ਨੂੰ ਸਾੜ ਦਿੰਦਾ ਹੈ। ਖਿੰਥਾ ਜਦ ਕੋਇਲਾ ਪਈ, ਕੋਲੇ ਬਣਾ ਤੇ ਪਾਪ, ਉਹ ਗੁਣਾਂ ਨੂੰ ਪਾਪ ਕਹਿੰਦੇ ਆ। ਗੁਣਾਂ ਨੂੰ ਹਰ ਵਿਸਰ ਤੇਰੇ ਗੁਣ ਗਲਿਆ, ਰੱਬ ਭੁੱਲ ਗਿਆ। ਜਿਹੜੇ ਗੁਣਾਂ ਨਾਲ ਰੱਬ ਦੇ ਨਾਮ ਨੂੰ ਯਾਦ ਕਰਕੇ ਗੁਣ ਪੈਦਾ ਹੋਣੇ ਸੀ, ਉਹ ਵੀ ਗਲ ਗਏ। ਰੱਬ ਦੀ ਸਿਫਤ ਸਲਾਹ ਕਰ ਕਰਕੇ ਗੁਣ ਪੈਦਾ ਹੋਣੇ ਸੀ, ਉਹ ਵੀ ਗਲ ਗਏ। ਉਹਦੀ ਥਾਂ ਤੇ ਤ੍ਰਿਸ਼ਨਾ ਅੱਗ ਨੇ, ਜਿਹੜੀ ਪਹਿਲੇ ਦਿਨ ਹੀ ਲੱਗ ਗਈ, ਬੁਝਦੀ ਨਹੀਂ ਹੈ। ਗੁਰੂ ਪਾਤਸ਼ਾਹ ਨੇ ਤੀਸਰਾ ਬਿਰਲੇ ਹੀ ਕੀ ਬੁਝੀ ਹੈ, ਕਿਸੇ ਬਿਰਲੇ ਦੀ ਬੁਝਦੀ ਹੈ। ਤੇ ਹੁਣ ਕਿਉਂ ਨਹੀਂ ਬੁਝਦੀ? ਉੱਧਰ ਜਿਹੜੀ ਬਾਹਰਲੀ ਅੱਗ ਹੈ, ਉਹ ਇੱਥੋਂ ਦਾ ਜਿੰਨਾ ਮਰਜ਼ੀ ਬਾਲਣ ਪਾਈ ਜਾਓ, ਉਹ ਵੀ ਬੁਝਦੀ ਨਹੀਂ ਪਾਣੀ ਤੋਂ ਬਗੈਰ। ਜਾਂ ਗੈਸ ਕਾਰਬਨ ਡਾਈਆਕਸਾਈਡ, ਉਹਦੇ ਉਲਟ। ਇਹ ਅੰਦਰੋਂ ਤਪਸ਼ ਦਿੰਦੀ ਹੈ, ਉਹ ਵੀ ਅੱਗ ਜਿਹੜੀ ਹੈ ਤਪਸ਼ ਦਿੰਦੀ ਹੈ, ਤਪਾ ਦਿੰਦੀ ਹੈ ਹਰ ਇੱਕ ਪਦਾਰਥ ਨੂੰ। ਇਹ ਤ੍ਰਿਸ਼ਨਾ ਵੀ ਆ ਅੰਦਰੋਂ ਤਪਾ ਦਿੰਦੀ ਆ। ਅੰਦਰੋਂ ਤਪੇ ਪੈ ਤੀਨੇ ਤਾਪ ਨਮਾਨ ਹਾਰਾ, ਤਿੰਨ ਤਾਪ ਚੜਿਆਦ ਬਿਆਦ ਵਫਾ ਦੇ ਦੇਣਾ ਚੜ੍ਹਦੇ। ਜਿਉ ਤਪ ਤੇ ਬਾਰੋ ਬਾਰ, ਤਪ ਤਪ ਕਵੇ ਬਹੁਤ ਬਕਾਰਾਂ ਦੀ ਅੱਗ ਸਾੜ ਦਿੰਦੀ ਹੈ, ਤਪਾ ਦਿੰਦੀ ਹੈ ਅੰਦਰ। ਬਾਹਰਲੀ ਅੱਗ ਲੱਕੜਾਂ ਦੀ ਬਹੁਤ ਭੁੱਖੀ ਹੈ, ਇੰਨੀਆਂ ਮਰਜ਼ੀ ਪਾਈ ਜੋ ਲੱਕੜਾਂ ਤੇ ਉਹ ਰਾਜਦੀ ਨਹੀਂ। ਇੱਧਰ ਮਾਇਆ ਵੀ ਭੁੱਖੀ ਹੈ। ਇਹ ਸਦਾ ਹੀ ਭੁੱਖੀ ਆ, ਜਿਹਦੇ ਨਾਲ ਆਪਾਂ ਰਜਾਉਣਾ ਚਾਹੁੰਦੇ ਹਾਂ। ਆਪ ਭੁੱਖੀ ਆ ਤੇ ਉਹ ਸਾਨੂੰ ਕਿੱਥੋਂ ਰਜਾ ਦੂ? ਸਦ ਭੁੱਖੀ ਫਿਰ ਜਾਣਿਆ ਦੂਰ। ਤੇ ਉਹਨੂੰ ਪਿਆਰ ਕਰਨਾ, ਰੱਬ ਨੂੰ ਭੁੱਲ ਜਾਣਾ, ਤੇ ਉਹ ਭੁੱਖੀ ਹੈ ਤੇ ਇਹਨੂੰ ਵੀ ਭੁੱਖਾ ਬਣਾਤਾ। ਚੌਥਾ, ਉਹ ਚਾਨਣ ਦਿੰਦੀ ਆ ਅੱਗ, ਬਾਹਰਲੀ ਰੋਸ਼ਨੀ ਦਿੰਦੀ ਆ, ਸੋਹਣੀ ਲੱਗਦੀ ਆ। ਬੱਚਾ ਨੂੰ, ਅਣਜਾਣ ਬੱਚੇ ਨੂੰ ਪਤਾ ਨਹੀਂ ਦਾ ਹੱਥ ਪਾਉਣ ਨੂੰ ਫਿਰਦਾ ਹੈ। ਇੱਧਰ ਮਾਇਆ ਵੀ ਮੋਹਣੀ ਬੜੀ ਹੈ। ਇਹਨੂੰ ਵੀ ਇਹ ਸਾਡੀ ਸਾਰੇ ਸਾਨੂੰ ਕਾਬੂ ਪਾਈ ਰੱਖਦੀ ਹੈ। ਅੱਖਾਂ ਰਾਹੀਂ, ਇੰਦਰੀਆਂ ਰਾਹੀਂ ਸਾਨੂੰ ਮੋਹ ਰਹੀ ਹੈ। ਗਾਂ ਦੀ ਗਾਂ ਅੱਗ ਲੱਗਦੀ ਹੈ, ਟਿਕ ਕੇ ਨਹੀਂ ਬਹਿੰਦੀ। ਇਹ ਮਾਇਆ ਵੀ ਟਿਕਦੀ ਨਹੀਂ ਹੈ, ਗਾਂ ਦੀ ਗਾਂ ਵੱਧਦੀ ਜਾਂਦੀ। ਜਿਉਂ ਵੱਡੇ ਹੁੰਦੇ ਤੋਂ ਤ੍ਰਿਸ਼ਨਾ ਅੱਗ ਵੱਧਦੀ ਜਾਂਦੀ, ਮਾਇਆ ਦੀ ਅੱਗ ਵੱਧਦੀ ਜਾਂਦੀ ਹੈ, ਹਉਮੈ ਵੱਧਦੀ ਜਾਂਦੀ ਹੈ। ਅੱਗ, ਸਾਰੀਆਂ ਅੱਗਾਂ ਨੇ। ਇਹਨਾਂ ਨੇ ਇਹ ਜੀਵ ਆਤਮਾ ਵਾਸਤੇ ਅੱਗ ਨੇ। ਬਾਹਰਲਾ ਸਰੀਰ ਤਾਂ ਅੱਗ ਦਾ ਹੀ ਬਣਿਆ। ਉਹਦੇ ਜਿਹਦੇ ਵਿੱਚ ਰਹਿ ਰਹੇ ਸੀ, ਚੌਂਦਸ ਲੱਗ ਗਈ ਆਗ। ਚਾਰੇ ਪਾਸੇ ਘਾਗਰੇ ਦੇ ਸੂਖਸ਼ਮ ਦੇਹ ਨੂੰ ਚਾਰੇ ਪਾਸਿਆਂ ਤੋਂ ਜਿਹਦੇ ਵਿੱਚ ਵੱਸਦਾ, ਉਹਦੇ ਚਾਰੇ ਪਾਸੇ
ਬਾਹਰਲਾ ਸਰੀਰ ਹੀ ਅੱਗ ਦਾ ਬਣਿਆ ਹੈ, ਮਾਇਆ ਦਾ ਬਣਿਆ ਇਹ ਸਰੀਰ ਮੂਲ ਹੈ ਮਾਇਆ, ਅੱਗ ਦਾ, ਅਗਨੀ ਦਾ। ਮਾਇਆ ਅੱਗ ਹੈ, ਮਾਇਆ ਜ਼ਹਿਰ ਵੀ ਹੈ, ਮਾਇਆ ਮੈਲੀ ਵੀ ਬੜੀ, ਗੰਦੀ ਵੀ ਬੜੀ ਹੈ। ਉਹ ਚਲੋ ਇਹ ਆਪਣਾ ਹੁਣ ਟਾਪਕ ਜਿਹੜਾ ਹੈ ਇੱਥੇ ਅੱਗ ਦਾ ਹੈ, ਚਾਰੇ ਪਾਸੇ ਅੱਗ ਲੱਗੀ ਹੈ ਜਿੱਦਣ ਦਾ ਆਇਆ। ਜਿਹੜੇ ਸਰੀਰ ਨੇ ਇੰਦਰ ਨੇ ਉਹ ਵੀ ਸੜ ਰਹੇ, ਉਹਨਾਂ ਨੂੰ ਵੀ ਅੱਗ ਲੱਗੀ ਹੈ, ਉਹ ਰਾਜਦੇ ਹੀ ਨਹੀਂ। ਮਾਇਆ ਵੀ ਨਹੀਂ ਰਾਜਦੀ, ਲੱਕੜਾਂ ਪਾਈਆਂ ਤੇ ਉਹ ਵੀ ਨਹੀਂ ਰਾਜਦੀ। ਜਿੰਨਾ ਮਰਜ਼ੀ ਅੱਖੀਂ ਵੇਖ ਨਰਜੀਆਂ ਬਹੁ ਰੰਗ ਤਮਾਸ਼ੇ ਭਾਈ ਸਾਹਿਬ ਦੇ ਸਾਰੇ, ਜਿੰਨੇ ਚਿਰ ਮਰਜ਼ੀ ਤਮਾਸ਼ੇ ਦੇਖ ਲਾ, ਰੱਜੀਆਂ ਨਹੀਂ ਅੱਜ ਤੱਕ। ਉਸ ਤਰ੍ਹਾਂ ਦਾ ਕੰਨ ਸੁਣ ਰੋਵਣ ਤੇ ਹਾਸੇ, ਨਾ ਕੰਨ ਰੱਜਣ ਉਸ ਤੋਂ ਸੁਣ ਕੇ ਨਿੰਦਿਆ ਕਰਕੇ ਇਹ ਵੀ ਨਹੀਂ ਰਾਜਦੇ। ਸਾਦੀ ਜੀਵਨ ਰੱਜੀਆਂ ਕਰ ਭੋਗ ਬਲਾਸੇ, ਨਾ ਜੀਵ ਰਾਜਦੀ ਹੈ। ਨਾ ਕੰਨ ਰੱਜਾ ਬਾਸ ਲੈ ਦੁਰਗੰਧ ਸੁਵਾਸੇ, ਨੱਕ ਨਹੀਂ ਰੱਜਿਆ ਦੁਰਗੰਧੀਆਂ ਸੁਗੰਧੀਆਂ ਸੁੰਘਦਾ। ਰੱਜ ਨਾ ਕੋਈ ਜੀਵ ਹੈ ਕੂੜੇ ਪ੍ਰਵਾਸੀ। ਜਿੰਨਾ ਚਿਰ ਇੱਥੇ ਇਸ ਸਰੀਰ ਵਿੱਚ ਰਹਿਣਾ ਇਹਨੇ ਰੱਜਣਾ ਨਹੀਂ ਹੈ। ਜਿੰਨੀ ਮਰਜ਼ੀ ਉਮਰ ਹੋ ਜੇ ਇਹ ਇੰਦਰੇ ਨਹੀਂ ਰੱਜ ਸਕਦੇ। ਤ੍ਰਿਸ਼ਨਾ ਚਲਤ ਬਹੁਤ ਪ੍ਰਕਾਰ, ਤ੍ਰਿਸ਼ਨਾ ਬਹੁਤ ਪ੍ਰਕਾਰ ਦੀ ਇਹਨਾਂ ਨੂੰ ਲੱਗੀ ਹੋਈ ਹੈ, ਇੱਕ ਕਿਸਮ ਦੀ ਨਹੀਂ ਹੈ। ਮਾਇਆ ਦੀ, ਬਕਾਰਾਂ ਦੀ, ਪਦਾਰਥਾਂ ਦੀ, ਇੱਕ ਕਿਸਮ ਦੀ ਨਹੀਂ ਹੈ। ਨਾਲ ਮੈਂ, ਉਹ ਵੀ ਅੱਗ ਹੈ। ਰੱਬ ਨੂੰ ਭੁੱਲ ਕੇ ਸਭ ਅਗਨੀ ਦੀ ਨਿਆਈ ਹੈ। ਅੱਗ ਦੇ ਨੇੜੇ ਸੇਕ ਮਿਲਦਾ ਹੈ। ਇਹ ਤ੍ਰਿਸ਼ਨਾ ਦੀ ਅੱਗ ਨਾਲ ਕ੍ਰੋਧ ਦਾ ਸੇਕ ਮਾਰਦਾ ਹੈ ਉਹਦੇ ਅੰਦਰੋਂ, ਬੰਦੇ ਦੇ ਭਾਂਬੜ ਨਿਕਲਦੇ ਆ। ਸਾਰਾ ਸੰਸਾਰ ਜੜ ਰਿਹਾ ਹੈ, ਜਗਤ ਜਲਨ ਦਾ ਡਿੱਠ ਮੈਂ। ਪਾਤਸ਼ਾਹ ਸਾਨੂੰ ਹਉਮੈ ਦੂਜੇ ਪਾਏ, ਇੱਕ ਮੈਂ, ਇੱਕ ਦੂਜਾ ਪਿਆਰ। ਆਇਆ ਸੀ ਰੱਬ ਨਾਲ ਪਿਆਰ ਕਰਨ, ਆਇਆ ਸੀ ਆਪਦਾ ਹੰਕਾਰ ਨਾਸ਼ ਕਰਨ, ਪਰੰਤੂ ਇਹ ਦੋਵੇਂ ਚੀਜ਼ਾਂ ਵਧਾ ਲਈਆਂ। ਨਾਨਕ ਗੁਰ ਸ਼ਰਨਾਈ ਉਬਰੇ ਸੱਚ, ਮਨ ਸ਼ਬਦ ਧਿਆਏ। ਗੁਰੂ ਨਾਨਕ ਦੀ ਸ਼ਰਨ ਤੋਂ ਬਗੈਰ ਕਦੇ ਨਹੀਂ ਬਚ ਸਕਦਾ ਇਹ ਤੋਂ। ਸ਼ਬਦ ਨੂੰ ਧਿਆਉਣਾ ਪਊ, ਯਾਦ ਕਰਨਾ ਪਊ, ਸੱਚਾ ਮਨ ਅੰਦਰ ਵਸਾਉਣਾ ਪਊ। ਕ੍ਰੋਧ ਦਾ ਸੜਿਆ ਬੰਦਾ ਦੇਖ ਲਓ, ਆਪਾਂ ਕਹਿ ਦਿੰਦੇ ਹਾਂ ਤੇਰੇ ਅੰਦਰ ਅੱਗ ਲੱਗੀ ਹੈ, ਜਦੋਂ ਬਹੁਤ ਗੰਦਾ ਬੋਲਦਾ ਹੈ, ਭਾਂਬੜ ਵਾਂਗੂ ਅੰਦਰੋਂ ਨਿਕਲਦਾ ਹੈ। ਸੰਸਾਰ ਅੱਜ ਭਾਂਬੜ ਵਾਂਗੂ ਬਣ ਰਿਹਾ ਸਾਰਾ। ਪਾਤਸ਼ਾਹ ਨੇ ਤਾਂ ਪਹਿਲੇ ਜਦੋਂ ਸੰਸਾਰ ਵਿੱਚ ਸਾਨੂੰ ਤਾਰਨ ਲਈ ਪ੍ਰਗਟ ਹੋਏ ਨੇ ਤੇ ਉਦੋਂ ਹੀ ਕਹਿ ਦਿੱਤਾ ਸੀ, ਬਾਬੇ ਦੇਖੀ ਧਿਆਨ ਧਰ, ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਾਈ। ਬਾਝੋਂ ਗੁਰੂ ਗਵਾਰ ਹੈ ਕਰਦੀ ਸੁਣੀ ਲਕਾਈ। ਗੁਰੂ ਤੋਂ ਬਗੈਰ ਕੋਈ ਗੁਰੂ ਹੈ ਹੀ ਨਹੀਂ। ਤੇ ਪਾਣੀ ਨਾ ਬੁੱਝਣੀ ਆ, ਪਾਣੀ ਹੈ ਨਹੀਂ ਇਹਦੇ ਕੋਲੇ। ਤ੍ਰਿਸ਼ਨਾ ਦੀ ਅੱਗ ਨਾਮ ਦਾ ਪਾਣੀ ਨਾਲ ਬੁੱਝਣੀ ਹੈ, ਅੰਮ੍ਰਿਤ ਨਾਲ ਬੁੱਝਣੀ ਹੈ, ਨਹੀਂ ਬੁੱਝਣੀ ਨਹੀਂ। ਜਿੰਨਾ ਚਿਰ ਬੁੱਝਦੀ ਨਹੀਂ ਉਹਨਾਂ ਚਿਰ ਰੱਬ ਨਾਲ ਮਿਲਾਪ ਨਹੀਂ ਹੋਣਾ। ਇਹ ਵੀ ਨਾਲ ਹਉਮੈ ਨਾਲ ਸਾਰੀ ਦੁਨੀਆ। ਬਾਬੇ ਫਰੀਦ ਨੇ ਤਾਂ ਐਲਾਨ ਕਰਕੇ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਕਰ ਕਰੇ ਹੋ ਅੱਗ।
ਮਾਇਆ ਜਿਹੜੀ ਹੈ, ਹਉਮੈ ਜਿਹੜੀ ਹੈ, ਤ੍ਰਿਸ਼ਨਾ ਜਿਹੜੀ ਹੈ, ਅੰਤ ਨੂੰ ਇਨਸਾਨ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੁੱਖ ਨਿਕਲਦਾ। ਦੁੱਖ ਆਪਦੇ ਵੱਲ ਝਾਤੀ ਮਾਰਨੀ ਹੈ। ਇਹ ਤਾਂ ਬਾਬਾ ਕਹਿੰਦਾ ਵੀ ਮੈਂ ਜਦੋਂ ਐਨ ਅਵਸਥਾ ਉੱਚੀ 'ਚ ਦੇਖਿਆ, ਸਾਰੀ ਪ੍ਰਿਥਵੀ ਦੇਸਾਈ। ਬਾਬਾ ਫਰੀਦ ਜੀ ਕਹਿੰਦੇ ਮੈਂ ਜਦੋਂ ਮੇਰੀ ਅਵਸਥਾ ਉੱਚੀ ਹੋਈ, ਮੈਨੂੰ ਠੰਡਾ ਠਾਰ ਹੋਇਆ, ਉਦੋਂ ਦੇਖਿਆ ਵੀ ਇਹ ਤਾਂ ਸਾਰਾ ਸੰਸਾਰ ਹੀ ਦੁਖੀ ਹੈ, ਮੈਂ ਇਕੱਲਾ ਥੋੜ੍ਹਾ ਦੁਖੀ ਹਾਂ। ਘਰ ਘਰ ਇਹ ਅੱਗ, ਹਰੇਕ ਦਾ ਅੰਦਰਲਾ ਜੀ ਸੜਿਆ ਪਿਆ। ਹਉਮੈ ਜਲ ਤੇ ਜਲ ਮੁਏ, ਪਰਮਾਏ ਦੂਜੇ ਪਾਏ। ਹਉਮੈ ਨਾਲ ਜਲੇ ਪਏ ਆ। ਹਉਮੈ ਦੇ ਗਾਂ ਪੁੱਤ ਨੇ ਕਾਮ, ਕ੍ਰੋਧ, ਲੋਭ, ਮੋਹ, ਆਸਾ, ਮਨਸਾ, ਤ੍ਰਿਸ਼ਨਾ, ਸਾਰੀਆਂ ਅੱਗ ਨੇ। ਇਹਦੇ 'ਚ ਦੁਖੀ ਹੋਇਆ, ਭਰਮ ਵਿੱਚ ਭਟਕਦਾ ਫਿਰਦਾ ਇਨਸਾਨ। ਤੇ ਗੁਰੂ ਨਾਨਕ ਦੀ ਸ਼ਰਨ ਤੋਂ ਬਿਨਾਂ ਬਚ ਨਹੀਂ ਸਕਦਾ, ਜਿਹਦੇ ਵਿੱਚ ਦੋ ਇੰਦਰੀਆਂ ਤਾਂ ਬਹੁਤ ਹੀ ਜ਼ਿਆਦਾ ਸੜੀਆਂ ਪਈਆਂ ਸੰਸਾਰ ਵਿੱਚ। ਵੱਡੇ ਵੱਡੇ ਰਾਜਨ ਔਰ ਭੂਮਣ ਤਾਂ ਕਿ ਤ੍ਰਿਸ਼ਨਾ ਨੂੰ ਬੁਝੀ। ਉਹਨਾਂ ਦੀ ਤ੍ਰਿਸ਼ਨਾ ਨਹੀਂ ਬੁਝੀ। ਵੇਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਮਾਇਆ ਦੇ ਵਿੱਚ ਰੱਜ ਨਹੀਂ ਆਉਣਾ। ਜਿਉਂ ਪਾਪ ਕੀਰਤਨ ਨਹੀਂ ਤਰਾਪੈ, ਬਿਨਾ ਹਰ ਕਹਾਂ ਗਾਈ। ਜਿਵੇਂ ਅੱਗ ਲੱਕੜਾਂ ਪਾਏ ਤੇ ਨਹੀਂ ਰੱਜਦੀ, ਐਵੇਂ ਹੀ ਦੋ ਇੰਦਰੀਆਂ ਬਹੁਤ ਪ੍ਰਬਲ ਨੇ ਮਨੁੱਖ ਦੀਆਂ। ਇੱਕ ਜੀਵ ਦੀ ਤੇ ਦੂਜੀ ਕਾਮ ਦੀ ਇੰਦਰੀ। ਜੀਵ ਦੀ ਇੰਦਰੀ ਥਾਂ ਥਾਂ ਸਵੇਰ ਤੋਂ ਲੈ ਕੇ ਉਦਮ ਕਰੇ ਸਵਾਨ ਕੀ ਨਾਏ, ਚਾਰੇ ਕੁੰਠੇ ਕੁੰਖਾਂ। ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੇ ਨਾ ਭੂਖਾ। ਉਦਮ ਕਰੇ ਸਵਾਨ ਕੀ ਨਾਏ, ਚਾਰੇ ਕੁੰਠਾ ਕੁੱਖ। ਸਵੇਰ ਤੋਂ ਹੀ ਭੋਜਨ ਵੀ ਮੈਂ ਸਵਾਦਲਾ ਭੋਜਨ ਆਹ ਖਾਵਾਂ ਉਦਮ ਕਰ ਲੱਗ ਜਾਂਦਾ ਹੈ। ਚਾਰੇ ਪਾਸੇ ਪਾਤਸ਼ਾਹ ਨੇ ਕੂਕਰ ਦੀ ਨਿਆਈ ਦੱਸਿਆ ਹੈ ਵੀ ਕੂਕਰ ਜਿਵੇਂ ਭੱਜਾ ਫਿਰਦਾ, ਇਹ ਉਹੀ ਭੋਜਨ ਲਈ ਭੱਜਾ ਫਿਰਦਾ ਬੰਦਾ। ਦੂਜਾ ਕਾਮ ਵੱਧਦੀ, ਕਾਮ ਬੋ ਨਾਰੀ, ਪਰ ਗ੍ਰਹਿ ਗੋ ਜੋ ਨ ਚੂਕੇ। ਦਿਨ ਪਰਤ ਕਰੇ ਪਛਤਾਪੈ, ਸੋਗ ਲੋਭ ਮੈਂ ਸੂਕੇ। ਕਾਮ ਬੋ ਨਾਰੀ, ਜਿੰਨੀਆਂ ਪਰਾਈਆਂ ਇਸਤਰੀਆਂ ਦੇ, ਪਰੰਤੂ ਉਹਦੀ ਪਰਾਇਆ ਤੱਕਣਾ ਫੇਰ ਨਹੀਂ ਮੁੱਕਦਾ, ਜਿਹਦੇ ਵਿੱਚ ਉਹਦਾ ਆਤਮਿਕ ਜੀਵਨ ਅੰਦਰਲਾ ਸਰੀਰ ਸੜ ਜਾਂਦਾ ਹੈ। ਸੋਗ ਲੋਭ ਮੈਂ ਸੂਕੇ, ਨਾਲੇ ਪਛਤਾਉਂਦਾ ਹੈ, ਨਾਲੇ ਇਹ ਤੋਂ ਇੱਕ ਸਿਰਫ ਗੁਰੂ ਨਾਨਕ ਬਚਾ ਸਕਦਾ ਹੈ। ਪੂਰੇ ਸਤਿਗੁਰ ਰਾਖ ਲਿਆ, ਇਹ ਆਪਣੇ ਪੰਨੇ ਪਏ। ਉਹ ਕੀ ਬਖਸ਼ਦਾ ਸਾਨੂੰ? ਇਹ ਜਗ ਜਲਤਾ ਨਜ਼ਰੀ ਆਇਆ, ਗੁਰ ਕੈ ਸ਼ਬਦ ਸੁਭਾਏ। ਸ਼ਬਦ ਅਤੇ ਸੇ ਸੀਤਲ ਪੈ, ਨਾਨਕ ਸੱਚ ਕਮਾਏ। ਸਾਰਾ ਜੱਗ ਇਹਨਾਂ ਨੂੰ ਅੱਗ ਲੱਗੀ ਪਈ ਹੈ, ਇੰਦਰੀਆਂ ਨੂੰ ਸਾਰਿਆਂ ਨੂੰ ਜੜ ਰਿਹਾ ਹੈ। ਮੈਨੂੰ ਗੁਰੂ ਦੇ ਸ਼ਬਦ ਦੀ ਵਿਚਾਰਨਾ ਪਤਾ ਲੱਗ ਗਿਆ ਤੇ ਨਾਮ ਦੇ ਸ਼ਬਦ ਨਾਲ ਮੈਂ ਸੀਤਲ ਬਣ ਗਿਆ। ਜਦੋਂ ਸੱਚੇ ਸ਼ਬਦ ਨਾਲ, ਸੱਚੇ ਵਾਹਿਗੁਰੂ ਤੋਂ ਲੈ ਕੇ ਹਰ ਹਰ ਨਾਮ ਅਪਾਰ ਅਮੁੱਲਾ,
नाम एडी वड्डी वस्तु है। अमृत एक निधाना सूख सहज आनंद संतन के नानक गुरते जाना। अमोलक वस्तु यही सौदा इकट्ठा करना है, यही सौदा इकट्ठा। होर तो ये काम भेजा ही नहीं सी पातशाह ने। अग जन्मां जन्मां दी लगी नूं मनुखा जन्म बुझाउण आया सी। वो बुझणी सीगी जिहदे कोल पानी है ਉਹਦੇ ਨਾਲ पानी ना बुझनी सी। पानी जिहड़ा है वो केवल गुरु कोले है। मुड़ के नाम भुले हुए होर किसे कोले किसे पानी नाल नहीं अग बुझनी। ये अग जिहड़ी है इत्थों तक है आप मनुख जामा दा कित्थों है। ये तो बर्म लोक और रुद्र लोक आई इंद्र लोक ते ताए साध संत को जो न सकी साके। बर्म देवी देवते नहीं छड्डे हुए सारे। सारे देवी देवते इंद्र लोक बर्म लोक नूं साड़ के ते धरती ते आई। साध संग को जो न सके मर साध संग जाके ठंडी हुंदी है। होर कितों ठंडी नहीं हुंदी, होर किते आगे बुझदी नहीं है। साध संग दे विच नाम जपे ते बुझदी है। आव मोहे आए पै शरनाए गुरु नानक की शरण लैनी पो। गोहज पाप को बहुत परजारे मोको सतगुर दिया बजाए। पातशाह कहते डूंगी गुझी जड़ी आ दींदी तो है नहीं। हुण तृष्णा किते दींदी अंदर पर किसे नूं मन किसे नूं टिकण दिंदी है। इन्हें सब साड़ते देवी देवते की बंदा की। ये सतगुर ने मैनू गल सतगुर तो बगैर सानू गल की समझ ही नहीं लगनी। असी अग नूं तृष्णा माया हौमे असी तो बहुत प्यार करते हैं, अग नूं प्यार करते हैं। पातशाह सानू कही जाते हैं अग ने तेरा जीवन साड़ देना, तैनू साड़ देना, सुआह बना देना, तेरा सारी गुणा नूं अवगुणा च बदल देना है। काया आरन मन विच लोहा पान जगन तिस लाग रही। कोयले पापा नूं कोयले दसदे पड़े सिर मन जलिया सन्नी चिंत पई। ते पापा दे इन्हें गुणा नूं अवगुणा च बदल के कोले बनाता जीवन। सिद्ध साध कर जख किन्नर रही कांठर जाए। बड़े बड़े जोगी सिद्ध जख किन्नर देवी देवतियां दे जिहड़े गवैये ने होर ने उतले सूक्ष्म उन्हां दे सारियां नूं महाराज कहंदे उन्हां दे गल नाल चुंबड़ी पई है माया। साड़े पाया जा नानक अंग किया प्रभ करते। गुरु नानक तो बगैर जे ओही बचाउण आपदा आसरा देण जन के कोट ऐसी दिसाई। तृष्णा चलत बहुत प्रकार, एक किस्म की नहीं है, बहुत प्रकार दी है। पूर्ण होत न कबहू अंत परती हार। ये अग जिहड़ी है
ਇਹ ਕਦੇ ਵੀ ਕਿਸੇ ਚੀਜ਼ ਨਾਲ ਦਿਸਣ ਵਾਲੀ ਚੀਜ਼ ਨਾਲ ਨਹੀਂ ਬੁਝਦੀ, ਨਾ ਹੀ ਆਪਣੇ ਆਪ ਕੋਈ ਬੁਝਾ ਸਕਦਾ ਹੈ ਗੁਰੂ ਨਾਨਕ ਤੋਂ ਬਗੈਰ। ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਤ੍ਰਿਸ਼ਨਾ ਬੁਝੀ ਬੜੇ ਤਰੀਕਿਆਂ ਨਾਲ। ਗੁਰਪ੍ਰਸਾਦ ਗੁਰੂ ਨਾਨਕ ਦੀ ਕਿਰਪਾ ਨਾਲ ਤੋਂ ਬਗੈਰ ਇਹ ਬੁਝ ਹੀ ਨਹੀਂ ਸਕਦੀ। ਮਨ ਵਨ ਹਰ ਰਸੇ ਸਵਾਦ, ਜਿੰਨਾ ਚਿਰ ਅੱਗ ਨਹੀਂ ਬੁਝਦੀ ਉਹਨਾਂ ਚਿਰ ਵਾਹਿਗੁਰੂ ਦਾ ਸਵਾਦ ਨਹੀਂ ਆਉਂਦਾ। ਸਾਧ ਸੰਗ 'ਚ ਬੁਝਦੀ ਆ। ਨਾਲ ਇਹ ਵੀ ਸਾਨੂੰ ਤਰੀਕਾ ਦੱਸਤਾ, ਤਿੱਖ ਬੁਝ ਗਈ ਮਿਲ ਸਾਧ ਜਨਾ, ਉੱਥੇ ਬੁਝੂ। ਪੰਜ ਪਾਗੇ ਚੋਰ ਸਹਿਜੇ ਸਖਾਨੋ, ਹਰ ਗੁਣ ਗਾਵਤੀ ਦਰਸ ਪਿਆਸ ਸਵੇਰੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਚਾਰੇ ਨਦੀਆਂ ਅੱਗ ਨੇ। ਉਹ ਇੱਥੇ ਚਾਰੇ ਪੰਜੇ ਚੋਰ ਭੱਜ ਜਾਂਦੇ ਆ ਜਦੋਂ ਜਿਹੜੇ ਇਨਸਾਨ ਨੂੰ ਅੰਦਰੋਂ ਦਰਸ਼ਨਾਂ ਦੀ ਪਿਆਸ ਲੱਗਦੀ ਹੈ। ਤੇ ਬਰਮ ਅਗਨ ਅੰਦਰ ਪੈਦਾ ਹੋ ਜਾਂਦੀ ਉਹਦੇ, ਰੱਬ ਦੇ ਪਿਆਰ ਦੀ। ਦੂਜਾ ਨਾਮ ਜਪਦਾ ਹੈ ਜਿਹਦੇ ਨਾਲ ਮਹਾਰਾਜ ਆਪ ਸ਼ਾਂਤ ਸੁਭਾਅ ਦੇ ਨੇ, ਠੰਡੇ ਨੇ, ਤੇ ਠੰਡਾ ਨਾਮ ਉਹਦਾ। ਉਹਦੇ ਬਗੈਰ ਕੋਈ ਕਹੇ ਵੀ ਮੈਂ ਅੱਗ ਬੁਝਾ ਲੂੰ, ਨਾ ਇਹ ਕਿਸੇ ਭੇਖ ਨਾ ਬੁਝਣੀ ਆ। ਬਹੁਤ ਦੁਨੀਆ ਭੇਖ ਧਾਰੀ ਫਿਰਦੀ ਹੈ। ਪਾਤਸ਼ਾਹ ਕਹਿੰਦੇ ਭੇਖ ਨਾਮ ਨਹੀਂ ਅੱਗ ਬੁਝਣੀ। ਭੇਖੀ ਅਗਰ ਨਾ ਬੁਝੀ, ਚਿੰਤਾ ਹੈ ਮਨ ਮਾਹੇ। ਬਰਮੀ ਮਾਰੀ ਸਾਪ ਨਾ ਮਰੀ, ਬਰਮੀ ਮਾਰੀ ਸਾਪ ਨਾ ਮਰੇ, ਤਿਉ ਨਿਗੁਰੇ ਕਰਮ ਕਮਾਏ। ਜਿੰਨੇ ਮਰਜ਼ੀ ਕਰਮ ਕਾਂਡ ਕਰ ਲੈ, ਇਹ ਸੱਪ ਨੂੰ ਉੱਤੇ ਜਿੱਥੇ ਸੱਪ ਰਹਿੰਦਾ ਦਾ ਖੁੱਡ ਤੇ ਬਰਮੀ ਹੁੰਦੀ ਆ, ਉਹਨੂੰ ਕੁੱਟਣ ਦੇ ਬਰਾਬਰ। ਸੱਪ ਦਾ ਵਿੱਚੇ ਬੈਠਾ। ਸਤਿਗੁਰ ਦਾਤਾ ਸੇਵੀ ਹੈ, ਸ਼ਬਦ ਵਸੇ ਮਨ ਆਏ। ਸਤਿਗੁਰਾਂ ਨੂੰ ਸਿਮਰੇਗਾ ਠੰਡੇ ਨੂੰ, ਸ਼ਬਦ ਅੰਦਰ ਵਸੇਗਾ। ਸੰਦਾ ਨਾਮ ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬਜਾਏ, ਤਾਂ ਤ੍ਰਿਸ਼ਨਾ ਅਗਨ ਬੁਝਣੀ ਹੈ। ਸੁੱਖਾਂ ਸਿਰ ਸਦਾ ਸੁੱਖ ਹੈ, ਜਾਂ ਵਿੱਚੋਂ ਆਪ ਗਵਾਏ। ਜੇ ਦੂਗਾ ਆਪਦੀ ਮੈਂ ਹੀ ਖਤਮ ਕਰ ਦਵੇ, ਉਹਨੂੰ ਸਾਰੇ ਸੁੱਖ ਮਿਲ ਜਾਣੇ। ਇਹ ਸਾਰੇ ਕੰਮ ਕਦੋਂ ਹੋਣਗੇ? ਗੁਰਮੁਖ ਉਦਾਸੀ ਸੋ ਕਰੇ। ਪਹਿਲਾਂ ਤਾਂ ਗੁਰੂ ਵਾਲਾ ਬਣੇ, ਫਿਰ ਉਹਨੂੰ ਮਾਇਆ ਵੱਲੋਂ ਉਦਾਸ ਰਹੇ, ਫਿਰ ਲਿਵ ਜੋੜੇ, ਸੁਰਤੀ ਜੋੜੇ। ਉਹਦੀ ਇਹ ਬੁਝਣੀ ਹੈ। ਚਿੰਤਾ ਮੂਲ ਨਾ ਹੋਵੇ, ਨਾਮ ਰੱਜਾ ਗਾਏ। ਉਹਨੇ ਨਾਮ ਨਾਲ ਰੱਜ ਜਾਣਾ ਹੈ, ਨਾਮ ਉਹਨੂੰ ਪਿਆਰਾ ਲੱਗਣਾ ਹੈ। ਤ੍ਰਿਪਤੀ ਰੱਬ ਨਾ ਆਉਣੀ ਹੈ, ਨਾਮ ਨਾ ਆਉਣੀ। ਨਾਨਕ ਨਾਮ ਬਿਨਾ ਨਾ ਛੁੱਟੀ ਹੈ, ਹੋਮੇ ਪਚਿ ਜਾਏ। ਨਾਮ ਤੋਂ ਬਗੈਰ ਕਦੇ ਕੋਈ ਅੱਜ ਤੱਕ ਕਿਸੇ ਦੀ ਅੱਗ ਨਹੀਂ ਬੁਝੀ। ਅੱਗ ਬੁਝੀ ਬਿਨਾ ਰੱਬ ਨਹੀਂ ਮਿਲਣਾ। ਅੱਗ ਬੁਝਣ ਬਿਨਾ ਰੱਬ ਨਹੀਂ ਮਿਲਣਾ। ਵਾਹਿਗੁਰੂ ਨਾਲ ਮਿਲਾਪ ਨਹੀਂ ਹੋਣਾ। ਆਇਆ ਪਾਤਸ਼ਾਹ ਨੇ ਕਿਹਾ ਸੀਗਾ ਸੌਦਾ ਇਕੱਠਾ ਕਰਨ ਦਾ, ਤਾਂ ਪਾਤਸ਼ਾਹ ਨੇ ਤਾਂ ਹੀ ਭੇਜਿਆ ਸੀ ਵੀ ਇਹਦੀ ਅੱਗ ਬੁਝ ਜਾਏ, ਹਉਮੈ ਖਤਮ ਹੋ ਜਾਏ, ਤਾਂ ਹੀ ਰੱਬ ਨਾਲ ਮਿਲਾਪ ਹੋਣਾ। ਉਹਨਾਂ 'ਚ ਰੱਬ ਨਾਲ ਮਿਲਾਪ ਹੀ ਨਹੀਂ ਹੋਣਾ। ਜੇ ਨਹੀਂ ਮਿਲਾਪ ਹੋਣਾ ਤਾਂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਪਰਦੇਸੀ ਕੇ ਕਾਗੜੇ 14 ਲੱਗੀ ਆਗ,
ਖੈਂਥਾ ਜਲ ਕੋਇਲਾ ਭਰੀ। ਹੁਣ ਬਾਹਰਲੇ ਸਰੀਰ ਮਾਇਆ ਦਾ ਬਣਿਆ ਹੋਇਆ, ਇਹ ਤਾਂ ਬਣਿਆ ਹੀ ਅੱਗ ਦਾ। ਇਹਨੇ ਤਾਂ ਜਲ ਵੀ ਲੱਕੜਾਂ 'ਚ ਜਾਣਾ ਹੈ। ਇਹਨੂੰ ਹੀ ਪਿਆਰ ਕਰੀ ਜਾਂਦੇ ਆ। ਇਹ ਮਾਇਆ ਵਾ, ਇਹ ਅੱਗ ਹੈ। ਇਹਨੇ ਸਾਰੇ ਇਹਦੇ ਨਾਲ ਰਲ ਕੇ ਇਹਦੇ 'ਚ ਸਾਰੇ ਇਹਦੇ ਅੰਦਰਲੇ ਸਰੀਰ ਨੂੰ ਵੀ ਸਾੜ ਦਿੱਤਾ। ਹੁਣ ਗੁਰੂ ਨਾਨਕ ਦਾ ਬਣ ਕੇ ਜਿਹੜਾ ਅੰਦਰਲੇ ਸਰੀਰ ਦਾ ਖਿਆਲ ਰੱਖਦਾ ਹੈ, ਨਾਮ ਜਪਦਾ ਹੈ, ਪਹਿਲਾਂ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਮੈਂ ਦੋ ਸਰੀਰ ਹਾਂ, ਮੈਂ ਤਾਂ ਅੰਦਰਲਾ ਸਰੀਰ ਹਾਂ। ਇਹ ਤਾਂ ਮੈਨੂੰ ਤਾਂ ਬਾਹਰਲੀ ਮਾਇਆ ਮੈਨੂੰ ਦਾਸੀ ਦਿੱਤੀ ਹੈ। ਉਹਨੂੰ ਅੱਗ ਕੁਛ ਨਹੀਂ ਸਕਦੀ, ਉਹਨੂੰ ਅੱਗ ਨਹੀਂ ਕੋਈ ਕਰ ਸਕਦੀ। ਨਾਮ ਜਪੀ ਜਾਂਦਾ ਜਿਹੜਾ ਗੁਰੂ ਨਾਨਕ ਦਾ ਬਣ ਗਿਆ, ਜਿਹੜਾ ਗੁਰੂ ਸਾਹਿਬ ਦੇ ਚਰਨੀ ਡਿੱਗ ਪਿਆ, ਉਹਦਾ ਸਾਰਾ ਕੁਛ ਅਗਨ ਸਾਗਰ ਹੈ। ਇਹਨੂੰ ਇਸ ਸੰਸਾਰ ਨੂੰ ਹੀ ਅਗਨ ਸਾਗਰ ਦੱਸਦਾ, ਜਿਹਦੇ 'ਚ ਮਾਇਆ ਦਾ ਸਾਗਰ। ਜਿਹਨੇ ਗੁਰਮੰਤਰ ਲੈ ਲਿਆ ਉਹ ਇਹ ਅੱਗ ਤੋਂ ਬਚੂਗਾ, ਨਹੀਂ ਦੂਆ ਨਹੀਂ ਬਚ ਸਕਦਾ। ਜਾ ਕੋ ਗੁਰ ਹਰ ਮੰਤਰ ਦੇ ਸੋਬਰਿਆ ਮਾਇਆ ਕਰਦੇ, ਨਹੀਂ ਤਾਂ ਤ੍ਰਿਸ਼ਨਾ ਅਗਨ ਜਲੇ ਸੰਸਾਰਾ। ਲੋਭ ਅਭਿਮਾਨ ਬਹੁਤ ਹੰਕਾਰਾ, ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ। ਸਾਰੇ ਲੋਭ ਅਭਿਮਾਨ ਮੁੜ ਕੇ ਫਿਰ ਇਹਨੇ ਧੱਕੇ ਖਾਣੇ ਆ। ਜਿਹਨੇ ਅੰਦਰਲੇ ਸਰੀਰ ਦਾ ਖਿਆਲ ਰੱਖਿਆ, ਤਾਗੇ ਆਂਚ ਨਾ ਲਾਗ, ਉਹਨੇ ਬਚ ਜਾਣਾ। ਦੂਏ ਸ਼ਬਦ 'ਚ ਬਾਦਸ਼ਾਹ ਨੇ ਉਵੇਂ ਕਿਹਾ, ਖੈਂਥਾ ਜਲ ਕੋਇਲਾ ਪਈ। ਸਾਡੇ ਔਗਣ ਬਦਲ ਗਏ, ਔਗਣਾਂ 'ਚ ਬਦਲ ਗਏ ਗੁਣ, ਸੜ ਗਏ ਗੁਣ। ਹਿਰਦਾ ਵੀ ਜਿਹੜਾ ਹੈ ਉਹ ਸਾਰਾ ਇਹਨਾਂ ਲੋਭ ਮੋਹ ਹੰਕਾਰ ਸਾਰੀ ਅੱਗ ਨਾਲ ਹੀ ਭਰਿਆ ਪਿਆ, ਫਟ ਗਿਆ, ਫੁੱਟ ਗਿਆ। ਜੋਗੀ ਬਾਪੜਾ, ਹੁਣ ਜੋਗੀ ਰੱਬ ਨੂੰ ਮਿਲਾਪ ਕਰਨ ਵਾਲੇ ਜੋਗੀ, ਵਾਹਿਗੁਰੂ ਸਤਿਗੁਰ ਜੋਗੀ ਹੈ, ਉਹਦਾ ਪੁੱਤ ਵੀ ਜੋਗੀ ਹੈ। ਬਾਪੜਾ ਵਿਚਾਰਾ, ਉਹ ਜਿਹੜੇ ਕੰਮ ਨੂੰ ਆਇਆ ਸੀ ਉਹ ਤਾਂ ਇਕੱਠਾ ਹੀ ਨਹੀਂ ਕਰ ਹੋਇਆ। ਸੌਦਾ ਕਰਨ ਆਇਆ ਸੀ, ਸੱਚਾ ਸੌਦਾ, ਰੱਬ ਨਾਲ ਮਿਲਾਪ ਹਾਸਲ ਕਰਨ ਵਾਲਾ ਸੀ, ਉਹ ਤਾਂ ਕਰ ਹੀ ਨਹੀਂ ਸਕਿਆ। ਜੀਵਨ ਦੀ ਬਾਜੀ ਜਿੱਤ ਕੇ ਜਾਣੀ ਸੀ, ਉਹ ਤਾਂ ਹਾਰ ਗਿਆ। ਪਾਸੇ ਰਹੀ ਬਪੂਤ ਮਗਰੋਂ, ਸਾਰੀ ਇੱਥੇ ਰਹਿ ਗਈ ਜਿਹੜੀ ਮਾਇਆ ਜਿਹਨੂੰ ਪਿਆਰ ਕਰਦਾ ਸੀ, ਤੇ ਆਪਦੇ ਨਾਲ ਵੀ ਸੁਆਹ ਲੈ ਗਿਆ। ਆਪ ਹੀ ਨੇ ਭੋਗ ਕੇ ਭਸਮੜ ਪੌਰ ਸਦਾਇਆ। ਭਸਮੜ ਸੁਆਹ ਨਾਲ ਲਿਬੜ ਕੇ ਚਲਾ ਗਿਆ, ਸੁਆਹ ਹੀ ਇਕੱਠੀ ਕਰਕੇ ਲੈ ਗਿਆ। ਉੱਥੇ ਸੁਆਹ ਜਿਹੜੀ ਹੈ ਉਹਨੂੰ ਜਿੰਨੀ ਇਹ ਸੌਦਾ ਤਾਂ ਇੱਕ ਬਣਾ ਹੋਇਆ, ਸੁਆਹ ਦੇ ਨਾਲ ਹੀ ਮਾਇਆ ਸਾਰੀ ਸੁਆਹ ਹੈ। ਜੋ ਅੱਗ ਸੜ ਜਾਂਦੀ ਹੈ ਉਦੋਂ ਸੁਆਹ ਬਣ ਜਾਂਦੀ ਹੈ। ਇਹ ਤ੍ਰਿਸ਼ਨਾ ਦੀ ਅੱਗ ਨਾਲ, ਮਾਇਆ ਦੀ ਅੱਗ ਨਾਲ, ਹਉਮੈ ਦੀ ਅੱਗ ਨਾਲ ਅੰਦਰਲਾ ਸੁਆਹ ਹੋ ਗਿਆ। ਉਹਨੇ ਆਪਣਾ ਆਪ ਆਪਣੇ ਆਪ ਦੀ ਉਹਦੇ ਸੁਆਹ ਲਾ ਕੇ ਮਲ ਕੇ ਤੁਰ ਗਿਆ। ਅੱਗ ਤਾਂ ਬੁਝੀ ਨਹੀਂ ਉਹਦੀ, ਅੱਗ 84 ਲੱਖ ਜੂਨ 'ਚ ਅੱਗ ਹੀ ਬਲਦੀ ਰਹਿਣੀ ਆ। ਫਿਰ ਹਉਮੈ ਜਲਿਆ ਮਨੋ ਬਸਾਰੇ, ਜੰਪੁਰ ਵਜੇ ਹੈ ਖੜਗ ਕਰਾਰੇ। ਅਬ ਕੇ ਕਹੀ ਹੈ ਨਾਮ ਨਾ ਮਿਲੀ, ਤਾਂ ਸੌ ਜੀੜੇ ਪਾਈ ਜੀ ਹੋ। ਹਉਮੈ ਦਾ ਸੜਿਆ ਹੀ ਤੁਰ ਗਿਆ। ਹਉਮੈ ਵਿੱਚੋਂ ਖਤਮ ਹੀ ਨਹੀਂ ਹੋਈ, ਸ਼ੀਤਲ ਹੀ ਨਹੀਂ, ਠੰਡਾ ਹੀ ਨਹੀਂ ਹੋਇਆ। ਤੂੰ ਠੰਡੇ ਦੀ, ਤੂੰ ਮੈਂ ਅੱਗ ਹੈ, ਰੱਬ ਨੂੰ ਭੁਲਾਤਾ। ਜੰਪੁਰੀ 'ਚ ਉਹਦੇ ਖੰਡੇ ਵੱਜਣੇ ਆ। ਬਾਦਸ਼ਾਹ ਕਹਿੰਦੇ ਕੁੱਟ ਪੈਣੀ। ਤੇ ਉਦੋਂ ਕਹਿੰਦਾ ਵੀ ਮੈਨੂੰ ਮੌਕਾ ਦੇ ਦਿਓ,
ਤੇ ਮੈਂ ਗੁਰੂ ਨਾਨਕ ਦਾ ਬਣ ਕੇ ਉਹ ਤੋਂ ਨਾਮ ਦੀ ਦਾਤ ਲੈ ਕੇ ਠੰਡੀ, ਉਹ ਕਹਿੰਦੇ ਹੁਣ ਨਹੀਂ ਮਿਲਣਾ, ਹੁਣ ਤਾਂ ਸਾਰਾ ਕੁਝ ਸਹਿਣਾ ਹੀ ਪੈਣਾ, ਸਮਾਂ ਮੁੱਕ ਗਿਆ ਅੱਗ ਬੁਝਾਉਣ ਦਾ। ਉੱਥੇ ਤੂੰ ਗੁਰੂ ਨਾਨਕ ਤੋਂ ਬਗੈਰ ਤੈਨੂੰ ਕੋਈ ਅੱਗ ਨਹੀਂ ਬੁਝਾ ਸਕਦਾ, ਤੇਰੀ ਕੋਈ ਅੱਗ ਨਹੀਂ ਬੁਝਾ ਸਕਦਾ। ਪਾਤਸ਼ਾਹ ਕਿਰਪਾ ਕਰਨ, ਇਹ ਅੱਗ ਬੁਝ ਜੇ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਅੱਗ ਨਹੀਂ ਬੁਝਦੀ, ਕਿਰਪਾ ਤੋਂ ਬਗੈਰ। ਕਿਰਪਾ ਲੈਣ ਦੀ ਖਾਤਰ ਗੁਰੂ ਨਾਨਕ ਦਾ ਬਣਨਾ ਪੈਣਾ। ਜਿੱਦਾਂ ਚਿਰ ਅੰਦਰ ਤ੍ਰਿਸ਼ਨਾ ਹੈ, ਉਹ ਅੱਗ ਉਹਨਾਂ ਚਿਰ ਦੁਖੀ ਰਹੂ ਇਨਸਾਨ। ਦੁੱਖ ਇੱਥੋਂ ਹੀ ਪੈਦਾ ਹੁੰਦਾ। ਦੁੱਖ ਵਿੱਚ ਜੀਵਨ ਲੰਘਿਆ, ਅੰਦਰੋਂ ਸੁਖੀ ਨਾ ਹੋਇਆ, ਇਹ ਹੈ ਨਿਸ਼ਾਨੀ। ਦੁਖੀ ਜਿਹੜੀ ਹੈ, ਇਹ ਨਿਸ਼ਾਨੀ ਹੈ ਵੀ ਮੇਰੇ ਅੰਦਰ ਅੱਗ ਨਹੀਂ ਬੁਝੀ ਹੈ। ਆਪਾਂ ਆਪਦੇ ਵੱਲ ਝਾਤੀ ਮਾਰਨੀ ਹੈ। ਅੰਤਰ ਅਗਨ ਜਲੇ ਭੜਕਾਰੇ, ਮੇਰੇ ਅੰਦਰ ਅੱਗ ਵੱਧ ਰਹੀ ਹੈ। ਮਨ ਮੋਹ ਤੱਕੇ ਕੁੰਡਾਂ ਚਾਰੇ ਪਾਸੇ ਭਜਦਾ ਫਿਰਦਾ। ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਐ, ਸਾਚੇ ਨਾਮ ਬੜਾਈ। ਸੱਚੇ ਨਾਮ ਦੀ, ਉਹ ਤੋਂ ਬਗੈਰ ਸਾਨੂੰ ਸੁਖ ਹੀ ਨਹੀਂ ਹੋਣਾ ਕਦੇ। ਸੁੱਖਾਂ ਦਾ ਦਾਤਾ ਹੈ, ਸੁੱਖ ਸਾਗਰ ਹੈ। ਉਹਦੀ ਸ਼ਰਨ ਲੈਣੀ ਪਊ। ਉਹ ਤੋਂ ਬਗੈਰ ਕੋਈ ਇਨਸਾਨ ਸੁੱਖ ਹੈ ਨਹੀਂ, ਸੁੱਖ ਹੀ ਨਹੀਂ ਹੋਇਆ। ਪਾਤਸ਼ਾਹ ਨੇ ਸਾਨੂੰ ਇਹ ਵੀ ਦੱਸ ਦਿੱਤਾ ਵੀ ਇੱਥੋਂ ਤੱਕ ਹੈ ਕਿ ਦੇਵੀ ਦੇਵਤੇ ਜਿਹੜੇ ਹੈ ਉਹ ਵੀ ਸੁਖੀ ਨਹੀਂ ਹੋਏ। ਜੇ ਪਾਵਕ ਸੁਰ ਨਰ ਹੈ ਜਾਰੇ, ਰਾਮ ਉਦਕ ਜਨ ਜਲ ਤੋਂ ਵਾਰੇ। ਉਹ ਵੀ ਗੁਰੂ ਨਾਨਕ ਦੀ ਅੱਗ ਤੋਂ ਬਗੈਰ ਬਚ ਨਹੀਂ ਸਕਦੇ। ਪਾਪ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਖੁੱਟਤ ਰਾਹੀ। ਜਿਹੜਾ ਪਾਪ ਸਾਗਰ ਸੀ, ਅੱਗ ਦਾ ਸਾਗਰ ਸੀ, ਤੇ ਉਹ ਸੁਖ ਸਾਗਰ ਬਣ ਗਿਆ। ਤੇ ਇੰਨਾ ਜਲ ਹੈ ਗੁਰੂ ਨਾਨਕ ਕੋਲੇ, ਉਹ ਮੁੱਕਣ ਵਾਲਾ ਨਹੀਂ ਹੈ। ਤੇ ਉਹ ਤੋਂ ਬਗੈਰ, ਉਸ ਜਲ ਤੋਂ ਬਗੈਰ ਕਿਸੇ ਦੀ ਚਿੰਤਾ ਵੀ ਨਹੀਂ ਬੁੱਝੀ, ਕਿਸੇ ਦੀ ਨਹੀਂ ਬੁੱਝਣੀ। ਸਾਰਾ ਸੰਸਾਰ ਸੜ ਰਿਹਾ ਹੈ, ਚੌਂਦਸ ਲੱਗੀ ਆਗ, ਚਾਰੇ ਪਾਸੇ ਮਾਇਆ ਦੀ, ਮੈਂ ਦੀ, ਹੰਕਾਰ ਦੀ। ਅੱਜ ਸੰਸਾਰ ਦੇਖ ਲਓ, ਸਾਰਾ ਸੰਸਾਰ ਐਟਮ ਬੰਬ ਟਿੱਕਰ ਤਿਆਰ ਕਰੀ ਬੈਠਾ ਹੈ। ਇੱਕ ਦੂਏ ਦੇ ਦੇਸ਼ ਚੰਗਾ ਨਹੀਂ ਲੱਗਦਾ, ਕਿਸੇ ਨੂੰ ਦੂਆ ਚੰਗਾ ਨਹੀਂ ਲੱਗਦਾ। ਇਹਦਾ ਸੱਚੇ ਪਾਤਸ਼ਾਹ ਕਿਰਪਾ ਕਰਨ, ਸਵਾਸ ਦੀ ਬੰਦਗੀ ਬਖਸ਼ਣ, ਜਿਹਦੇ ਨਾਲ ਸ਼ਾਂਤੀ ਆਵੇ। ਨਹੀਂ ਤਾਂ ਸਵਾਹ ਇਕੱਠੀ ਕਰਕੇ ਲੈ ਜਾਣੀ ਆ ਬੰਦੇ ਨੇ। ਤੇ ਇੱਥੋਂ ਵਾਲੀ ਸਾਰੀ ਮਾਇਆ, ਉਹ ਵੀ ਸਵਾਹ ਵਾਂਗੂ ਰਹਿ ਜਾਣੀ ਇਹਦੀ। ਜੋਗੀ ਬਪੜਕ ਉਹ ਖੇਲ ਗਿਆ, ਹਾਰ ਕੇ ਗਿਆ। ਜਿਹਨੇ ਅੰਦਰਲੇ ਸਰੀਰ ਦੀ, ਅੰਦਰਲੇ ਜਿਹੜਾ ਆਇਆ ਸੀ, ਨਾ ਆਪ ਨੂੰ ਪਛਾਣਿਆ, ਨਾ ਆਪਣੇ ਬਾਪ ਮਾਂ ਪਿਓ ਨੂੰ ਪਛਾਣਿਆ। ਉਹਨਾਂ ਚਿਰ ਅਗਨ ਸਾਕਰ ਦੇ ਵਿੱਚ ਹੀ, ਮਹਾ ਮਾਇਆ ਦੇ ਵਿੱਚ ਹੀ ਵਿਆਪੇ। ਮਹਾ ਮਾਇਆ
ਸੇ ਸੀਤਲ ਜਨ ਸਤਿਗੁਰ ਪਾਇਆ, ਉਹੀ ਠੰਡਾ ਹੋ ਸਕਦਾ, ਹੋਰ ਕੋਈ ਨਹੀਂ ਪਾ ਸਕਦਾ। ਮਹਾਰਾਜ ਕਿਰਪਾ ਕਰ ਸੱਚੇ ਪਾਤਸ਼ਾਹ। ਅਗਨ ਸਾਗਰ ਬੂੜ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਅਗਨ ਸਾਗਰ ਸਾਰੀ ਹਉਮੈ ਮਾਇਆ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਅੱਗਾਂ ਹੀ ਅੱਗਾਂ ਨੇ ਚਾਰੇ ਪਾਸੇ ਜੀਵ ਦੇ ਅੱਗ ਦੇ ਭਾਂਬੜ ਵਿੱਚੋਂ, ਅੱਗ ਦੇ ਸਾਗਰ ਵਿੱਚੋਂ ਬਾਂਹ ਫੜ ਕੇ ਬਾਬੇ ਨਾਨਕ ਤੂੰ ਆਪ ਹੀ ਬਚਾ ਲਾ, ਨਹੀਂ ਸਾਨੂੰ ਅਸੀਂ ਨਹੀਂ ਨਿਕਲ ਸਕਦੇ, ਇਸ ਅੰਦਰ ਸੜੇ ਪਏ ਆ ਸਾਡੇ। ਮਾੜੀ ਕਿਰਪਾ ਕਰੋ। ਹਰ ਵਕਤ ਸੱਚੇ ਪਾਤਸ਼ਾਹ ਤੇਰਾ ਸੀਤਲ ਨਾਮ ਜਿਹੜਾ ਹੈ ਉਹ ਭੁੱਲੇ ਨਾ। ਆਪ ਦੀ ਮਿਹਰ ਦੀ ਨਿਗਾਹ ਕਰੋ। ਤੁਸੀਂ ਆਪ ਹੀ ਬਚਨ ਉਚਾਰੇ, ਆਪ ਜਪਾਏ ਜਪੇ ਸੁਣਾਓ, ਆਪ ਗਵਾਏ ਸੋ ਹਰ ਗੁਣ ਗਾਓ। ਇਹ ਕਿਰਪਾ ਕਰਦੇ ਰਹਿਣਾ ਪਾਤਸ਼ਾਹ। ਭੁੱਲ ਚੁੱਕ ਦੀ ਮਾਫੀ, ਅੱਖਰ ਵਾਧਾ ਘਾਟਾ, ਭੁੱਲ ਚੁੱਕ ਦੀ ਮਾਫੀ ਸੱਚੇ ਪਾਤਸ਼ਾਹ। ਮਾਫ ਕਰੋ ਸੱਚੇ ਪਾਤਸ਼ਾਹ, ਮਾਫ ਕਰੋ, ਮਿਹਰ ਕਰੋ ਸੱਚੇ ਪਾਤਸ਼ਾਹ। ਸਵਾਸ ਸਵਾਸ ਦੀ ਬੰਦਗੀ ਬਖਸ਼ੋ ਸੱਚੇ ਪਾਤਸ਼ਾਹ। ਜਿਹੜਾ ਸੌਦਾ ਇਕੱਠਾ ਕਰਨਾ ਹੈ ਉਹ ਤੁਸੀਂ ਪ੍ਰਾਣੀ ਤੋਂ ਆਇਆ ਲਾਹਾ ਲੈਣ, ਉਹ ਲਾਭ ਖਟਾ ਦਿਓ ਪਾਤਸ਼ਾਹ। ਮਿਹਰ ਕਰੋ, ਮਿਹਰ ਕਰੋ ਸੱਚੇ ਪਾਤਸ਼ਾਹ। ਅੱਖ ਵਾਧਾ ਘਾਟਾ ਭੁੱਲ ਚੁੱਕ ਦੀ ਮਾਫੀ ਬਖਸ਼ਣੀ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।